ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਜਿਹੜੇ ਪੰਜਾਬ ਦੇ ਲੋਕਾਂ ਨੂੰ 25 ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦੱਸਿਆ 75 ਪਹਿਲਾਂ 15 ਇਹ ਹੋ ਗਏ 100 ਹੋ ਗਿਆ ਤੇ 17 ਫਿਰ ਹਲਕੇ ਰਹਿ ਗਏ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨੂੰ ਦੇਣਾ ਹੈ। ਕਸ਼ਮੀਰ ਦੇ ਵਿੱਚ ਹੁਣ ਫਿਰ ਮੁੜ ਤੋਂ ਜਿਹੜਾ ਅੱਤਵਾਦੀਆਂ ਨੇ ਹਮਲਾ ਕੀਤਾ ਜਿਸ ਦੇ ਵਿੱਚ 2 ਕਸ਼ਮੀਰੀ ਪੰਡਤਾਂ ਜਿਹੜੀ ਉਹ ਮੌਤ ਹੋ ਗਈ। ਸਰਕਾਰ ਦਾਅਵਾ ਕਰਦੀ ਸੀ ਕਿ ਸਾਡਾ ਸਾਰਾ ਕੁਝ ਠੀਕ ਠਾਕ ਹੋ ਗਿਆ, ਇਹਦੇ ਬਾਵਜੂਦ 2 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਜਾਂ ਤਾਂ ਸੁਰੱਖਿਆ ਬਲਾਂ ਦਾ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਪੈ ਗਿਆ ਹੋਵੇ ਤੇ ਜਾਂ ਫਿਰ ਬੁਖਲਾਹਟ ਪੈਦਾ ਹੋ ਗਈ ਹੋਵੇ। ਉਹਦੇ ਵਿੱਚ ਉਹਨਾਂ ਨੇ ਫਿਰ ਨਿਹੱਥੇ ਜਿਹੜੇ 2 ਕਸ਼ਮੀਰੀ ਪੰਡਤਾਂ ਦਾ ਕਤਲ ਕਰ ਦਿੱਤਾ ਹੈਗਾ। ਵੀ ਕਰ ਸਕਦੇ ਆ, ਗੋਲਾਬਾਰੀ ਦੇ ਨਾਲ ਕਿਸੇ ਚੀਜ਼ ਦਾ ਰਿਜ਼ਲਟ ਨਹੀਂ ਨਿਕਲਦਾ। ਜੱਗੂ ਭਗਵਾਨਪੁਰੀ ਦੀ ਗੱਲ ਕੀਤੀ ਜਾਵੇ ਤਾਂ ਜੱਗੂ ਭਗਵਾਨਪੁਰੀ ਨੂੰ ਮੋਗਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਟਾਲਾ ਪੁਲਿਸ ਨੂੰ ਦਾ ਟ੍ਰਾਂਜ਼ਿਟ ਰਿਮਾਂਡ ਆ ਜਿਹੜਾ ਉਹ ਮਿਲਿਆ ਜੀ। ਭੰਗੂ ਸਾਹਿਬ ਇਹਨਾਂ ਲੋਕਾਂ ਦੇ ਉੱਤੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ 1 ਤੋਂ ਵੱਧ ਕੇਸ ਨੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਦੀ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੰਗੂ ਸਾਹਿਬ। ਕੀ ਜੇਕਰ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ, ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ, ਤਾਂ ਅੱਜ ਉਹਨਾਂ ਦਾ ਜਨਮ ਦਿਨ ਸੀਗਾ, ਜਿਸ ਦੇ ਚੱਲਦੇ ਉਹਨਾਂ ਦਾ ਕਹਿਣਾ ਕਿ ਹਰ ਇੱਕ ਗਰੀਬ ਆ ਜਿਹੜਾ ਉਹ ਅਮੀਰ ਬਣ ਸਕਦਾ ਜੀ। ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਹੁਣ ਦੇਸ਼ ਦੀ ਬਾਗਡੋਰ ਸੰਭਾਲਣ ਦੇ ਸੁਪਨੇ ਲੈਣੇ ਸ਼ੁਰੂ ਕਰਤੇ ਨੇ। ਅੱਜ ਉਹਨਾਂ ਦਾ ਜਨਮ ਦਿਨ ਵੀ ਹੈ। ਉਹਨਾਂ ਦੇ ਬਹੁਤ ਸਾਰੇ ਸਮਰਥਕਾਂ ਨੇ ਉਹਨਾਂ ਨੂੰ ਇਸ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ। ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਾਰਿਆਂ ਨੇ। ਭੰਗੂ ਸਾਹਿਬ ਜੀ, ਉਹਨਾਂ ਨੇ ਗੱਲ ਕੀਤੀ ਆ, ਅੰਕੜਾ ਪੇਸ਼ ਕੀਤਾ ਕਿ ਦੇਸ਼ ਦਾ 17 ਕਰੋੜ ਬੱਚਾ ਇਹ ਸਰਕਾਰੀ ਸਕੂਲਾਂ 'ਚੋਂ ਵਿੱਦਿਆ ਹਾਸਲ ਕਰਦਾ ਹੈ। 17 ਕਰੋੜ ਜੀ। ਉਹ ਕਹਿੰਦੇ ਵੀ ਦਿੱਲੀ ਦੇ ਵਿੱਚ ਅਸੀਂ ਸਿੱਖਿਆ ਦਾ ਸਿਸਟਮ ਤੇ ਸਿਹਤ ਦਾ ਸਿਸਟਮ ਸੁਧਾਰ ਕੇ ਦਿਖਾਤਾ। ਜੇ ਇਸ ਸਿਸਟਮ ਨੂੰ ਸਾਰੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇ, ਉਹਨਾਂ ਨੇ ਇਹ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਲਿਖੀ ਆ, ਉਹਨਾਂ ਵੱਲ ਇਸ਼ਾਰਾ ਵੀ ਕੀਤਾ ਜੀ। ਉਹ ਕਹਿੰਦੇ ਜੇ ਇਹ ਕੰਮ ਕਰ ਲਿਆ ਜਾਵੇ ਤਾਂ ਦੇਸ਼ ਵਿੱਚ ਜੇ ਵਿਦਿਅਕ ਢਾਂਚਾ ਮਜ਼ਬੂਤ ਹੋ ਜਾਵੇ ਤਾਂ ਦੇਸ਼ ਨੂੰ ਚੰਗੇ ਡਾਕਟਰ, ਚੰਗੇ ਵਕੀਲ, ਚੰਗੇ ਅਧਿਆਪਕ, ਚੰਗੇ ਪ੍ਰਬੰਧਕ, ਚੰਗੇ ਪ੍ਰਸ਼ਾਸਨਕ ਤੇ ਚੰਗੇ ਸ਼ਹਿਰੀ ਮਿਲ ਸਕਦੇ ਨੇ। ਇਹ ਗੱਲ ਉਹਨਾਂ ਨੇ ਕਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਵੀ ਮੁਲਕ ਦੀ ਜਿਹੜੀ ਚੰਗਾ ਪ੍ਰਸ਼ਾਸਨ ਤੇ ਉੱਥੋਂ ਦਾ ਮਾਹੌਲ ਚੰਗਾ ਪੈਦਾ ਕਰਨ ਦੇ ਵਿੱਚ ਵਿੱਦਿਆ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਇਸ ਵੇਲੇ ਸਿਰਫ ਸਿਹਤ ਬੀਮੇ ਕਰਨ ਦੇ ਨਾਲ ਨਹੀਂ ਲੋਕਾਂ ਦੀ ਸਿਹਤ ਦੇ ਵਿੱਚ ਸੁਧਾਰ ਆਉਣਾ। ਇਸ ਮਾਮਲੇ ਦੇ ਵਿੱਚ ਸਾਨੂੰ ਚੰਗਾ ਪ੍ਰੈਕਟੀਕਲ ਜ਼ਮੀਨੀ ਪੱਧਰ ਦੇ ਉੱਤੇ ਜਾਣਾ ਪਵੇਗਾ। ਅੱਜ ਕੇਜਰੀਵਾਲ ਸਾਹਿਬ ਦਾ ਗੁਜਰਾਤ ਦੌਰਾ ਹੈ। ਭੁੱਜ ਦੇ ਵਿੱਚ ਉਹਨਾਂ ਨੇ ਪਹਿਲਾਂ ਮੀਟਿੰਗਾਂ ਵਗੈਰਾ ਕਰਨੀਆਂ ਨੇ, ਫਿਰ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਵੀ ਕਰਨੀ ਹੈ। ਇਸ ਸੰਬੰਧ ਦੇ ਵਿੱਚ ਉਹਨਾਂ ਦੇ ਜਿਹੜੇ ਜਨਰਲ ਸਕੱਤਰ ਨੇ ਆਮ ਆਦਮੀ ਪਾਰਟੀ ਗੁਜਰਾਤ ਇਕਾਈ ਦੇ, ਉਹਨਾਂ ਦਾ ਨਾਮ ਹੈ ਮਨੋਜ ਸੋਰਠੀਆ। ਇਹ ਸੋਰਠੀਆ ਸਾਹਿਬ ਕਹਿੰਦੇ ਨੇ ਕਿ ਲੋਕਾਂ ਦੇ ਵਿੱਚ ਆਮ ਆਦਮੀ ਪ੍ਰਤੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਔਰ ਦਸੰਬਰ ਦੇ ਵਿੱਚ ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਆ ਰਹੀਆਂ ਨੇ ਜਿਹੜੀਆਂ ਬਿਲਕੁਲ ਸਿਰ 'ਤੇ ਨੇ ਔਰ ਗੁਜਰਾਤ ਦੀਆਂ ਚੋਣਾਂ ਜਿੱਤਣਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਵਾਸਤੇ ਵੀ ਬਹੁਤ ਵੱਡੀ ਪੱਧਰ 'ਤੇ ਅਸੀਂ ਕਹਿ ਸਕਾਂਗੇ ਇੱਕ
ਵੱਡੀ ਚੁਣੌਤੀ ਉੱਥੇ ਜਿਹੜੀ ਹੈ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਜਾ ਰਹੀ ਹੈ। ਕਿਉਂ? ਉੱਥੋਂ ਦੀਆਂ ਜਿਹੜੀਆਂ ਕਾਰਪੋਰੇਸ਼ਨ ਚੋਣਾਂ ਹੋਈਆਂ, ਕਾਰਪੋਰੇਸ਼ਨ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਪੈਰ ਲਾ ਲਏ। ਇੱਕ ਕਾਰਪੋਰੇਸ਼ਨ ਦੇ ਵਿੱਚੋਂ ਆਪਣਾ ਮੇਅਰ ਵੀ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਨੇ। ਤੇ ਪੈਰ ਧਰਾਵਾ ਜਦੋਂ ਕਿਸੇ ਬੰਦੇ ਦਾ ਹੋ ਜੇ ਤੇ ਇਸ ਵੇਲੇ ਉੱਥੇ ਉਮੀਦ ਕਰ ਰੱਖਣੀ ਚਾਹੀਦੀ ਹੈ ਕਿ ਇਹ ਸ਼ਾਇਦ ਆਪਣੀ ਵਿਧਾਇਕ ਵੀ ਬਣਾ ਲੈਣ। ਲੇਕਿਨ ਉਹਨਾਂ ਦਾ ਜਿਹੜਾ ਹੁਣ ਨਜ਼ਰੀਆ ਹੈਗਾ ਉਹ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਦੇਸ਼ ਦਾ ਹੁਕਮਰਾਨ ਹੋਵੇ। ਭਾਵ ਪ੍ਰਧਾਨ ਮੰਤਰੀ ਦੀ ਕੁਰਸੀ ਉਹਨਾਂ ਨੇ ਪਹਿਲਾਂ ਵੀ ਨਜ਼ਰ ਰੱਖੀ ਸੀ। ਜੇ 2014 ਦੇ ਵਿੱਚ ਉਹ ਪੰਜਾਬ ਨੂੰ ਛੱਡ ਕੇ ਨਾ ਜਾਂਦੇ, ਪੰਜਾਬ 'ਚ ਰਹਿੰਦੇ, ਤਾਂ 4 ਦੀ ਜਗ੍ਹਾ ਇੱਥੇ ਉਹਨਾਂ ਦੇ ਮੈਂਬਰ ਪਾਰਲੀਮੈਂਟਾਂ ਦੀ ਗਿਣਤੀ ਵੀ 8 ਹੋ ਸਕਦੀ ਸੀ। ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਹਰਾਉਣ ਵਾਸਤੇ ਵਾਰਾਣਸੀ ਵੱਲ ਚਾਲੇ ਪਾ ਲਏ। ਜੀ, ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਨੂੰ ਅੱਜ 5 ਮਹੀਨੇ ਹੋ ਗਏ ਨੇ, ਜਿਸ ਦੇ ਚੱਲਦਿਆਂ ਅੱਜ 5 ਮੰਤਰੀਆਂ ਵੱਲੋਂ ਜਿਹੜਾ ਆਪਣਾ ਰਿਪੋਰਟ ਕਾਰਡ ਉਹ ਪੇਸ਼ ਕੀਤਾ ਗਿਆ ਜੀ। 5 ਮੰਤਰੀਆਂ ਨੇ ਆਪੋ ਆਪਣਾ ਰਿਪੋਰਟ ਕਾਰਡ ਪੇਸ਼ ਕਰਤਾ। ਈਟੀਓ ਸਾਹਿਬ ਕਹਿੰਦੇ ਨੇ ਕਿ ਅਸੀਂ 1.5 ਸਾਲ ਦੇ ਵਿੱਚ ਸ਼ਾਹਪੁਰ ਕੰਢੀ ਡੈਮ ਵਾਲਾ ਜਿਹੜਾ ਪ੍ਰੋਜੈਕਟ ਹੈ ਉਹਨੂੰ ਮੁਕੰਮਲ ਕਰ ਦਿਆਂਗੇ। ਜੇ ਉਹ ਮੁਕੰਮਲ ਹੋ ਜਾਂਦਾ ਤਾਂ ਸਾਡਾ ਜਿਹੜਾ ਪਾਣੀ ਹੈ ਰਾਵੀ ਵਾਲਾ ਉਹ ਪਾਕਿਸਤਾਨ ਜਾਣੋਂ ਵੀ ਹਟ ਜਾਏਗਾ ਤੇ ਬਿਜਲੀ ਵੀ ਪੈਦਾ ਹੋਵੇਗੀ। ਫਿਰ ਉਹ ਕਹਿੰਦੇ ਆ, ਉਹਨਾਂ ਨੇ ਆਪਣੀ ਗੱਲ ਦੱਸੀ ਜਿਹੜੇ ਹਰਜੋਤ ਬੈਂਸ ਸਾਹਿਬ ਨੇ ਕਿ ਕਿਵੇਂ ਅਸੀਂ ਜੇਲ੍ਹਾਂ 'ਚੋਂ ਮੋਬਾਈਲ ਫੜ ਲਏ, ਕਿਵੇਂ ਅਸੀਂ 2600 ਦੇ ਕਰੀਬ ਕੈਦੀਆਂ ਨੂੰ ਰਜਿਸਟਰਡ ਕਰ ਲਿਆ ਜਿਹੜੇ ਕਹਿੰਦੇ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਉਹਨਾਂ ਨੇ ਸਕੂਲਾਂ ਬਾਬਤ ਦੱਸਿਆ। ਪੰਚਾਇਤ ਮੰਤਰੀ ਸਾਹਿਬ ਕਹਿੰਦੇ ਕਿ 9000 ਏਕੜ ਅਸੀਂ ਜ਼ਮੀਨ ਛਡਾ ਲਈ ਆ 5 ਮਹੀਨਿਆਂ 'ਚ ਰਸੂਖਦਾਰਾਂ ਤੋਂ। ਉਹਦੇ ਵਿੱਚ ਉਹਨਾਂ ਨੇ ਇਹ ਸਵਾਲ ਨਹੀਂ ਦੱਸਿਆ ਕਿ ਜਿਹੜੀ ਜ਼ਮੀਨ ਦੁਬਾਰਾ ਸਟੇ ਹੋ ਗਈ ਹੈ ਉਹਦੀ ਮਿਣਤੀ ਕਿੰਨੀ ਹੈ। ਉਹਨਾਂ ਨੇ ਕੀੜੇ ਮਾਰ ਦਵਾਈਆਂ ਵਾਲੇ ਵੀ ਕਹਿਤਾ, ਉਹਨਾਂ ਨੇ ਬਾਸਮਤੀ ਬਾਰੇ ਵੀ ਕਹਿਤਾ ਕਿ ਬਾਸਮਤੀ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਜਿਹੜਾ ਅਸਰ ਪੈਂਦਾ ਹੈ ਕੀਟਨਾਸ਼ਕਾਂ ਦਾ, ਜਿਹਦੇ ਕਰਕੇ ਸਾਡੀ ਇਹਦਾ ਜਿਹੜੀ ਫੂਡ ਕੁਆਲਿਟੀ ਹੈ, ਖੁਰਾਕ ਦੀ ਜਿਹੜੀ ਹੈ ਉਹ ਖਰੀ ਨਹੀਂ ਉਤਰਦੀ, ਜਿਹਦੇ ਕਰਕੇ ਇਹਨੂੰ ਕੋਈ ਖਰੀਦਦਾ ਨਹੀਂ। ਅਸੀਂ ਕੁਝ ਕੀੜੇ ਮਾਰ ਦਵਾਈਆਂ 'ਤੇ ਪਾਬੰਦੀਆਂ ਲਾਈਆਂ ਨੇ ਤੇ ਕਈ ਡੀਲਰਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਲੇਕਿਨ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਉਹਨਾਂ ਦੇ ਨਾਲ ਮਿਲੇ ਹੋਏ ਨੇ ਤੇ ਇਹਦੇ 'ਤੇ ਦੱਸਣਾ ਚਾਹੀਦਾ ਸੀ। ਸੋ ਪੰਜਵਾਂ ਜਿਹੜਾ ਸਭ ਤੋਂ ਇੰਪੋਰਟੈਂਟ ਮਹਿਕਮਾ ਹੈ ਉਹ ਹੈ ਵਿੱਤ ਮੰਤਰੀ ਹਰਪਾਲ ਚੀਮਾ ਸਾਹਿਬ ਕੋਲੇ। ਉਹ ਕਹਿੰਦੇ ਵੀ ਅਸੀਂ 12,339 ਕਰੋੜ ਦਾ ਕਰਜ਼ਾ ਵਾਪਸ ਕਰਤਾ 5 ਮਹੀਨਿਆਂ 'ਚ ਤੇ ਲਿਆ ਸੀਗਾ 10,739। ਇਹਦਾ ਮਤਲਬ ਪਿਛਲਿਆਂ ਵਾਲਾ ਤਾਂ ਉਹਨਾਂ ਨੇ ਫਿਰ 1000 ਕਰੋੜ ਹੀ ਕੀਤਾ। ਸੋ ਜਿਹੜਾ ਇਹਨਾਂ ਨੇ ਲਿਆ ਤੇ 12,339 ਕਰੋੜ ਹੈ, 10,739 ਇਹਨਾਂ ਨੇ ਲਿਆ ਸੀ। ਇਹ ਜਿਹੜਾ ਅੰਤਰ ਹੈ ਇੰਨਾ ਕੁ ਕਰਜ਼ਾ ਪਿਛਲਾ ਵਿੱਚ ਪਾ ਕੇ ਉਹਦੀ ਕਿਸ਼ਤ ਵੀ ਚੁਕਾਤੀ ਹੈ। ਇਹ ਉਹ ਆਪਣੇ ਰਿਪੋਰਟ ਕਾਰਡ ਦੇ ਵਿੱਚ ਕਹਿੰਦੇ ਨੇ। ਲੇਕਿਨ ਹੁਣ ਹੋਰ ਨਵੇਂ 5 ਮੰਤਰੀ ਬੈਠ ਕੇ ਉਹ ਆਪੋ ਆਪਣੇ ਮਹਿਕਮਿਆਂ ਬਾਰੇ ਦੱਸ ਦੇਣਗੇ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਗੁੱਡ ਗਵਰਨੈਂਸ ਦੇਵੇ, ਜਿਹੜਾ ਕੁਝ ਪਿਛਲੇ ਨਹੀਂ ਕਰ ਸਕਦੇ ਹੋ ਸਕਦਾ ਇਹ ਕਰਕੇ ਦਿਖਾ ਦੇਣ। ਜੀ, ਇਸ ਦੇ ਚੱਲਦੇ ਜੇਕਰ ਗੱਲ ਕੀਤੀ ਮੁਹੱਲਾ ਕਲੀਨਿਕਾਂ ਦੀ ਤਾਂ ਅੱਜ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁਹੱਲਾ ਕਲੀਨਿਕ ਜਿਹੜੇ ਪੰਜਾਬ ਦੇ ਲੋਕਾਂ ਨੂੰ 25 ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦਿੱਤੇ ਜਾਣਗੇ। 75 15 ਅਗਸਤ ਤੇ ਜਾਰੀ ਕਰਨੇ ਸੀ ਤੇ 25 ਉਹ ਕਹਿੰਦੇ ਅਸੀਂ ਹੋਰ ਇਹ ਆਮ ਆਦਮੀ ਕਲੀਨਿਕ ਜਿਹੜੇ ਹੈ ਉਹ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਇਹ ਗੱਲ ਉਹਨਾਂ ਨੇ ਕਹੀ ਹੈ। 75 ਪਹਿਲਾਂ, 15 ਇਹ ਹੋ ਗਏ, 100 ਹੋ ਗਿਆ ਤੇ 17 ਫਿਰ ਹਲਕੇ ਰਹਿ ਗਏ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਨੂੰ ਦੇਣਾ। ਹੁਣ ਸਮਾਂ ਦੱਸੇਗਾ ਕਿ ਉਸ ਵੇਲੇ ਤੱਕ ਇਹ ਜਿਹੜੇ ਕਲੀਨਿਕ ਨੇ ਉਹ ਕਿੰਨੀ ਕੁ ਕਾਮਯਾਬੀ ਨਾਲ ਕਾਮਯਾਬ ਹੁੰਦੇ ਨੇ, ਕੰਮ ਕਰਦੇ ਨੇ। ਲੋਕਾਂ ਦੇ ਵਿੱਚ ਇੱਕ ਚਰਚਾ, ਸਿਹਤ ਵਿਭਾਗ ਦੇ ਪੁਰਾਣੇ ਮਾਹਰਾਂ ਦੇ ਵਿੱਚ ਇਹ ਚਰਚਾ ਹੈ ਕਿ ਇਹਦੀ ਥਾਂ ਦੇ ਉੱਤੇ ਜਿਹੜੇ ਹਸਪਤਾਲ ਨੇ, ਪ੍ਰਾਇਮਰੀ ਹੈਲਥ ਸੈਂਟਰ ਨੇ, ਮੁੱਢਲਾ ਸਿਹਤ ਕੇਂਦਰ, ਸਬ ਸੈਂਟਰ ਨੇ ਤੇ ਹੋਰ ਉਹਨਾਂ ਨੂੰ ਪਹਿਲਾਂ ਤਰਜੀਹ ਦਿੱਤੀ ਜਾਵੇ ਤਾਂ ਬਹੁਤ ਵਧੀਆ। ਉਹਨਾਂ ਦੇ ਨਾਲ ਐਂਬੂਲੈਂਸਾਂ ਜੋੜ ਦਿੱਤੀਆਂ ਜਾਣ ਤਾਂ ਕਿ ਜੇ ਪਿੰਡਾਂ ਦੇ ਵਿੱਚ ਕੋਈ ਘਟਨਾ
ਬਿਮਾਰ ਠਮਾਰ ਹੁੰਦਾ ਤੁਰੰਤ ਐਂਬੂਲੈਂਸ ਉਹਨਾਂ ਨੂੰ ਜਾ ਕੇ ਲਿਆ ਸਕਦੀ ਹੈ। ਜੀ, ਇਸ ਦੇ ਚੱਲਦੇ ਇੱਕ ਗੱਲ ਕੀਤੀ ਜਾਵੇ ਜੰਮੂ ਕਸ਼ਮੀਰ ਦੇ ਵਿੱਚ ਹੁਣ ਫਿਰ ਮੁੜ ਤੋਂ ਜਿਹੜਾ ਅੱਤਵਾਦੀਆਂ ਨੇ ਹਮਲਾ ਕੀਤਾ, ਜਿਸ ਦੇ ਵਿੱਚ 2 ਕਸ਼ਮੀਰੀ ਪੰਡਤਾਂ ਜਿਹੜੀ ਉਹ ਮੌਤ ਹੋ ਗਈ। ਦੇਖੋ, ਜਿਹੜਾ ਸਰਕਾਰ ਦਾਅਵਾ ਕਰਦੀ ਸੀ ਕਿ ਸਾਡਾ ਸਾਰਾ ਕੁਝ ਠੀਕ ਠਾਕ ਹੋ ਗਿਆ, ਇਹਦੇ ਬਾਵਜੂਦ 2 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਜਾਂ ਤਾਂ ਸੁਰੱਖਿਆ ਬਲਾਂ ਦਾ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਪੈ ਗਿਆ ਹੋਵੇ ਤੇ ਜਾਂ ਫਿਰ ਬੁਖਲਾਹਟ ਪੈਦਾ ਹੋ ਗਈ ਹੋਵੇ, ਉਹਦੇ ਵਿੱਚ ਉਹਨਾਂ ਨੇ ਫਿਰ ਨਿਹੱਥੇ ਜਿਹੜੇ 2 ਕਸ਼ਮੀਰੀ ਪੰਡਤਾਂ ਦਾ ਕਤਲ ਕਰ ਦਿੱਤਾ ਹੈਗਾ। ਇਨਸਾਨੀਅਤ ਦੇ ਖਿਲਾਫ ਹੈ। ਉਹ ਜਮਹੂਰੀ ਤੌਰ ਤੇ ਆਪਦੀ ਲੜਾਈ ਲੜ ਸਕਦੇ ਆ, ਮੁਰਦਾਬਾਦ ਕਰ ਸਕਦੇ ਆ, ਕੁਝ ਵੀ ਕਰ ਸਕਦੇ ਆ। ਗੋਲਾਬਾਰੀ ਦੇ ਨਾਲ ਕਿਸੇ ਚੀਜ਼ ਦਾ ਰਿਜ਼ਲਟ ਨਹੀਂ ਨਿਕਲਦਾ। ਗੋਲਾਬਾਰੀ ਕਿਸੇ ਨੂੰ ਦਬਾਉਣਾ, ਇਹ ਵੀ ਨਿਊਟਨ ਦਾ ਤੀਜਾ ਸਿਧਾਂਤ ਹੈ। ਉਨਾ ਹੀ ਲੋਕ ਉਹਨਾਂ ਦੇ ਵਿਰੁੱਧ ਜਾਣਗੇ। ਸੋ ਉਹ ਕਹਿੰਦੇ ਵੀ ਸਾਡੇ 3 ਆਪਰੇਸ਼ਨ ਚੱਲਦੇ ਨੇ ਸੁਰੱਖਿਆ ਬਲਾਂ ਵੱਲੋਂ, ਉਹ ਜਿਹੜੇ ਆਪਰੇਸ਼ਨ ਨੇ ਉਹ ਸਾਡੇ ਕੰਟੀਨਿਊ ਰਹਿਣਗੇ। ਅਸੀਂ ਕਿਸੇ ਇਸ ਤਰ੍ਹਾਂ ਦੇ ਦਬਾਅ ਵਾਲੀ ਗੱਲ ਦੇ ਵਿੱਚ ਨਹੀਂ ਆਵਾਂਗੇ। ਜੀ, ਜੱਗੂ ਭਗਵਾਨਪੁਰੀ ਦੀ ਗੱਲ ਕੀਤੀ ਜਾਵੇ ਤਾਂ ਜੱਗੂ ਭਗਵਾਨਪੁਰੀ ਨੂੰ ਮੋਗਾ ਅਦਾਲਤ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਟਾਲਾ ਪੁਲਿਸ ਨੂੰ ਉਹਦਾ ਟ੍ਰਾਂਜ਼ਿਟ ਰਿਮਾਂਡ ਆ ਜਿਹੜਾ ਉਹ ਮਿਲਿਆ। ਜੀ, ਭੰਗੂ ਸਾਹਿਬ, ਇਹਨਾਂ ਲੋਕਾਂ ਦੇ ਉੱਤੇ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਵਿੱਚ 1 ਤੋਂ ਵੱਧ ਕੇਸ ਨੇ। ਜੀ, ਤੁਹਾਨੂੰ ਯਾਦ ਹੋਵੇਗਾ ਜਦੋਂ ਬਿਸ਼ਨੋਈ ਨੂੰ ਤੇ ਜੱਗੂ ਭਗਵਾਨਪੁਰੀ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੀ, ਮੈਂ ਉਸ ਵੇਲੇ ਵੀ ਕਿਹਾ ਸੀ ਕਿ ਜੇ ਇੱਕ ਕੇਸ ਦੇ ਵਿੱਚ 14 ਦਿਨ ਦਾ ਰਿਮਾਂਡ ਅਦਾਲਤ ਦੇ ਦਿੰਦੀ ਹੁੰਦੀ ਹੈ, ਜੇ ਤੁਸੀਂ ਐਵਰੇਜ 10 ਦਿਨਾਂ ਦਾ ਰਿਮਾਂਡ ਮੰਨ ਕੇ ਵੀ ਚੱਲੋ ਕੇਸਾਂ ਦੇ ਵਿੱਚ, ਤੇ ਜਿੰਨੇ ਇਹਨਾਂ ਤੇ ਕੇਸ ਦਰਜ ਨੇ ਇਹ ਘੱਟੋ ਘੱਟ 6 ਤੋਂ ਲੈ ਕੇ 6 ਮਹੀਨੇ ਤੋਂ ਲੈ ਕੇ 9 ਮਹੀਨਿਆਂ ਤੱਕ ਇੱਥੇ ਵੱਖ-ਵੱਖ ਥਾਣਿਆਂ ਦੇ ਜਿਹੜੇ ਜਾਂਚ ਕੇਂਦਰ ਨੇ, ਜਿਨ੍ਹਾਂ ਨੂੰ ਅਸੀਂ CIA ਕਹਿੰਦੇ ਹਾਂ, ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ, ਉਹਨਾਂ ਦੇ ਵਿੱਚ ਇਹਨਾਂ ਦਾ ਤੋਰਾ ਫੇਰਾ ਰਹੇਗਾ। ਪਹਿਲਾਂ ਇੱਕ ਨੇ ਲਿਆਂਦਾ, ਫਿਰ ਦੂਜੇ ਨੇ ਲਿਆਂਦਾ। ਇੱਥੇ ਇੱਕ ਕਤਲ ਹੋਇਆ ਸੀ ਪ੍ਰਾਪਰਟੀ ਡੀਲਰ ਫਤਿਹਗੜ੍ਹ ਚੂੜੀਆਂ ਦੇ ਵਿੱਚ ਸਤਨਾਮ ਸਿੰਘ ਸੱਤੋ ਦਾ। ਇਸੇ ਮਾਮਲੇ ਦੇ ਵਿੱਚ ਪਹਿਲਾਂ ਜਿਹੜਾ ਇਹ ਲਾਰੈਂਸ ਬਿਸ਼ਨੋਈ ਹੈ, ਉਹਦੇ ਤੋਂ ਪੁੱਛਗਿੱਛ ਕੀਤੀ ਗਈ ਸੀ। ਉਸ ਤੋਂ ਬਾਅਦ ਅੱਜ ਮੋਗੇ ਜਦੋਂ ਜੱਗੂ ਭਗਵਾਨਪੁਰੀਏ ਨੂੰ ਪੇਸ਼ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੋਰ ਰਿਮਾਂਡ ਨਹੀਂ ਲੈਣਾ, ਤਾਂ ਬਟਾਲੇ ਵਾਲਿਆਂ ਨੇ ਕਿਹਾ ਵੀ ਸਾਨੂੰ ਵੀ ਇਸ ਕੇਸ ਦੇ ਵਿੱਚ ਫਤਿਹਗੜ੍ਹ ਚੂੜੀਆਂ ਵਾਲੇ ਮਾਮਲੇ ਦੇ ਵਿੱਚ ਇਸ ਜੱਗੂ ਭਗਵਾਨਪੁਰੀਏ ਦੀ ਜ਼ਰੂਰਤ ਹੈ। ਤਾਂ ਮਾਨਯੋਗ ਅਦਾਲਤ ਨੇ ਉਹਦਾ ਰਾਹਦਾਰੀ ਡਿਮਾਂਡ ਦੇ ਦਿੱਤਾ ਹੈ। ਜੇ ਤਾਂ ਇਹ ਸਮੇਂ ਸਿਰ ਚਲੇ ਗਏ ਤੇ ਬਟਾਲੇ ਦੀ ਅਦਾਲਤ ਵਿੱਚ ਪੇਸ਼ ਕਰ ਦੇਣਗੇ, ਉਹਦਾ ਅੱਜ ਹੀ ਪੁਲਿਸ ਰਿਮਾਂਡ ਦਿੱਤਾ ਜਾ ਸਕਦਾ ਹੈਗਾ, ਤੇ ਨਹੀਂ ਤਾਂ ਕੱਲ੍ਹ ਪੇਸ਼ ਕਰ ਲੈਣਗੇ, ਕਿਉਂਕਿ ਦੁਪਹਿਰ ਤੱਕ ਇਹ ਪੇਸ਼ ਕਰਤਾ ਸੀ। ਮੋਗੇ ਤੋਂ ਫਤਿਹਗੜ੍ਹ ਚੂੜੀਆਂ ਕੋਈ ਬਹੁਤਾ ਦੂਰ ਨਹੀਂ। ਫਤਿਹਗੜ੍ਹ ਬਟਾਲਾ ਜਦੋਂ ਜਾ ਕੇ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤਾਂ ਫਤਿਹਗੜ੍ਹ ਜਿਹੜੀ ਬਟਾਲਾ ਦੀ ਪੁਲਿਸ ਹੈ ਉਹ ਉਹਦਾ ਅੱਗੇ ਰਿਮਾਂਡ ਮੁਹੱਈਆ ਕਰ ਦੇਵੇਗੀ। ਹੋ ਸਕਦਾ ਜਦੋਂ ਤੱਕ ਆਪਣਾ ਪ੍ਰੋਗਰਾਮ ਚੱਲਣਾ ਇਹ ਰਿਮਾਂਡ ਦੇ ਦਿੱਤਾ ਜਾਵੇ। ਜੀ, ਸਾਬਕਾ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਜਿਹੜੀ ਜ਼ਮਾਨਤ ਮਿਲ ਚੁੱਕੀ ਹੈ, ਜਿਸ ਤੋਂ ਬਾਅਦ ਉਸਨੇ ਬਾਹਰ ਆ ਕੇ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਿਸ਼ਾਨਾ ਸਾਧਿਆ। ਉਹਨਾਂ ਦਾ ਕਹਿਣਾ ਹੈ ਕਿ ਛੱਲਾ ਮੁੜ ਕੇ ਨਹੀਂ ਆਇਆ। ਜੀ, ਉਹਨਾਂ ਨੇ ਜਦੋਂ ਚੰਡੀਗੜ੍ਹ ਦੇ ਵਿੱਚੋਂ ਸਵੇਰੇ ਤਕਰੀਬਨ 9:30 ਵਜੇ ਚਾਲੇ ਪਾਏ ਤਾਂ ਪੱਤਰਕਾਰਾਂ ਦੇ ਨਾਲ ਖੁੱਲ੍ਹ ਕੇ ਗੱਲ ਕੀਤੀ। ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਹੜੇ ਮੁੱਖ ਮੰਤਰੀ ਨੇ ਮੇਰੇ ਤੇ ਕੇਸ ਬਣਾਇਆ ਹੈ ਤੇ ਆਪ ਭਾਰਤ ਦੀਆਂ ਧਰਤੀ ਤੇ ਕਿਤੇ ਪੈਰ ਹੀ ਨਹੀਂ ਰੱਖਦਾ, ਵਿਦੇਸ਼ਾਂ 'ਚ ਉੱਡਿਆ ਫਿਰਦਾ। ਉਹਨਾਂ ਇਹ ਵੀ ਆਖਿਆ ਕਿ ਤੁਸੀਂ ਕਾਹਲ ਨਾ ਕਰੋ, ਸਾਰੇ ਮੇਰੇ ਭਰਾਵਾਂ ਵਰਗੇ ਨੇ, ਮੈਂ ਜਿਹਦੇ ਨਾਲ ਵੀ ਰੱਖਦਾ ਹਾਂ ਭਰਾਵਾਂ ਵਾਂਗ ਰੱਖਦਾ ਹਾਂ। ਮੈਂ ਹੋਰਨਾਂ ਨਾਲ ਵੀ ਬਹੁਤ ਸਤਿਕਾਰਤ ਰੱਖੇ ਨੇ। ਮਨਪ੍ਰੀਤ ਇਆਲੀ ਦੀ ਗੱਲ ਕੀਤੀ ਕਿ ਸਾਡਾ ਸਿਆਸਤ ਇੱਕ ਪਾਸੇ ਕਰ ਦਿਓ, ਸਿਆਸਤ ਦੇ ਵਿੱਚ ਕਈ ਵਾਰੀ ਵਿਚਾਰਕ ਵਖਰੇਵੇਂ ਹੋ ਸਕਦੇ ਨੇ, ਪਰ ਉਹ ਮੇਰੇ ਭਰਾਵਾਂ ਵਰਗਾ ਸਾਡਾ ਬਹੁਤ ਵਧੀਆ ਤਾਲੁਕਾਤ ਹੈ। ਤੇ ਫਿਰ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੇ ਉੱਤੇ ਜਿਹੜਾ ਤੰਜ ਕੱਸਿਆ, ਉਹ ਕਹਿੰਦੇ ਜਿਹੜਾ ਸਾਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਵਾਲਾ, ਕੁਝ ਇੰਤਜ਼ਾਰ ਰੱਖੋ। ਤੇ ਨਾਲ ਉਹਨਾਂ ਨੇ ਟੋਟਕਾ ਕੱਸਿਆ ਵੀ ਛੱਲਾ ਮੁੜ ਕੇ ਨਹੀਂ ਆਇਆ। ਇਹ ਫਿਲਮ ਵੀ ਬਣੀ ਹੈ, ਲੇਕਿਨ ਬਹੁਤ ਸਾਰੇ ਗਾਇਕ ਗਾਉਂਦੇ ਹੈ ਕਿ ਛੱਲਾ, ਬਹੁਤ ਸਾਰਿਆਂ ਨੇ ਛੱਲੇ ਨੂੰ
ਉਂਗਲਾਂ 'ਚ ਪਾਉਣ ਵਾਲੇ ਛੱਲੇ ਨਾਲ ਤਾਂ ਬਰਾਬਰਤਾ ਕੀਤੀ ਆ, ਮੁਲਾਂਕਣ ਕੀਤਾ। ਐਕਚੁਅਲੀ ਛੱਲਾ ਇੱਕ ਮਲਾਹ ਦਾ ਬੇਟਾ ਸੀ, ਅਣਜਾਣ ਸੀ, ਕਿਸੇ ਨੂੰ ਤੋਰਨ ਵਾਸਤੇ ਵੀ ਤੂੰ ਇਹਨੂੰ ਬੇੜੀ ਵਿੱਚ ਬਿਠਾਲ ਕੇ ਦਰਿਆ ਦੇ ਪਰਲੇ ਪਾਸੇ ਛੱਡਿਆ, ਉਹ ਉਨਾ ਜਾਂਚ ਨਹੀਂ ਆਉਂਦੀ ਸੀ। ਤੇ ਜਦੋਂ ਉਹ ਵਾਪਸ ਨਾ ਆਇਆ ਤੇ ਉਹਦੇ ਪਿਤਾ ਨੂੰ ਜਾ ਕੇ ਪੁੱਛਿਆ, ਪਰ ਉਦੋਂ ਵੀ ਕਿਹਾ ਗਿਆ ਸੀ ਕਿ ਛੱਲਾ ਵਾਪਸ ਨਹੀਂ ਆਇਆ। ਜੀ, ਆਜ਼ਾਦੀ ਦਿਹਾੜੇ ਮੌਕੇ ਜਿਹੜੇ ਗੱਲ ਕੀਤੀ ਜਾਵੇ ਰਾਜਸਥਾਨ ਦੀ ਇੱਕ ਸਕੂਲ ਦੇ ਵਿੱਚ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਅਫੀਮ ਬਣਦੇ ਹੋ ਜਿਹੜੇ ਉਹ ਦਿਖਾਈ ਦੇ ਰਹੇ ਨੇ ਜੀ। ਇਹ ਸਰਕਾਰੀ ਸਕੂਲ ਹੈ ਜੀ, ਗੁੱਡਾ ਮਲਾਨੀ ਥਾਣਾ ਹੈ, ਉਹਦਾ ਪਿੰਡ ਹੈ ਅੱਗੇ ਰਾਵਲ ਨਦੀ। ਉੱਥੇ ਦੇਖ ਰਹੇ ਨੇ ਕਿ ਜਿਹੜੇ ਲੋਕ ਉੱਥੇ ਆਏ ਨੇ ਉਹਨਾਂ ਨੂੰ ਪੋਸਤ ਅਤੇ ਅਫੀਮ ਵਰਤਾਈ ਜਾ ਰਹੀ ਹੈ। ਤਾਜ਼ਾ ਜਾਣਕਾਰੀ ਜੋ ਵਾਇਰਲ ਹੋਈ ਆ ਉਸੇ ਤੇ ਕਹਿ ਰਹੇ ਕਿਸੇ ਅਧਿਕਾਰੀ ਨੇ ਸਾਡੇ ਕੋਲ ਪੁਸ਼ਟੀ ਨਹੀਂ ਕੀਤੀ ਅਜੇ। ਉਹ ਕਹਿੰਦੇ ਕਿ ਇਹਦਾ SHO ਨੂੰ ਆਖਿਆ ਗਿਆ ਕਿ ਤੂੰ ਇਹਦੀ ਆਪਣੀ ਰਿਪੋਰਟ ਕਰ ਤੇ ਰਿਪੋਰਟ ਉਸ ਖਿੱਤੇ ਦੇ SDM ਸਬ ਡਿਵੀਜ਼ਨਲ ਮੈਜਿਸਟ੍ਰੇਟ ਉਹਦੇ ਸਾਹਮਣੇ ਪੇਸ਼ ਕੀਤੀ ਜਾਵੇ। ਸੋ ਇਸ ਮਾਮਲੇ ਦੇ ਵਿੱਚ ਜੇ ਇਹ ਵਰਤਾਰਾ ਉੱਥੇ ਹੋਇਆ ਰਾਜਸਥਾਨ ਦੇ ਵਿੱਚ, ਉੱਥੋਂ ਦੇ DC ਨੂੰ, ਉੱਥੋਂ ਦੇ SP ਨੂੰ ਤੇ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਸੰਬੰਧਿਤ ਆ ਅਸ਼ੋਕ ਗਹਿਲੋਤ, ਉਹਨੂੰ ਇਹਦਾ ਜਵਾਬ ਦੇਣਾ ਚਾਹੀਦਾ ਹੈ ਔਰ ਇਹਦੀ ਹੋਰ ਵਿਸਥਾਰਕ ਰਿਪੋਰਟ ਪੈਦਾ ਕਰਨੀ ਚਾਹੀਦੀ ਹੈ। ਇੱਕ ਪਾਸੇ ਆਜ਼ਾਦੀ ਤੇ ਦੂਜੇ ਪਾਸੇ ਅਸੀਂ ਨਸ਼ਿਆਂ ਨੂੰ ਬੜਾਵਾ ਦੇ ਰਹੇ ਹਾਂ, ਇਹ ਗੱਲ ਸਮਝ ਨਹੀਂ ਆਉਂਦੀ। ਮੇਰਾ ਖਿਆਲ ਹੈ ਕਿ ਇਸ ਮਾਮਲੇ ਦੇ ਵਿੱਚ ਇਹਦੀ ਅਸਲੀਅਤ ਮੁੱਖ ਮੰਤਰੀ ਸਾਹਿਬ ਨੂੰ ਜਾਂਚ ਕਰਾ ਕੇ ਲੋਕਾਂ ਸਾਹਮਣੇ ਰੱਖਣ ਦੀ ਜ਼ਰੂਰਤ ਹੈ। ਜੀ ਜੀ, ਇਸ ਦੇ ਨਾਲ ਇੱਕ ਗੱਲ ਕੀਤੀ ਜਾਵੇ ਰਾਜਨਾਥ ਦੀ, ਉਹਨਾਂ ਦਾ ਕਹਿਣਾ ਹੈ ਕਿ ਅੱਜ ਜਿਹੜੇ ਦੇਸ਼ ਦੀ ਫੌਜ ਨੂੰ ਸੰਵੇਦਨਸ਼ੀਲ ਹਥਿਆਰ ਜਿਹੜੇ ਉਹ ਦਿੱਤੇ ਜਾਣਗੇ। ਪੰਗੂ ਸਾਹਿਬ, ਸੰਵੇਦਨਸ਼ੀਲ ਹਥਿਆਰ ਨਹੀਂ, ਸਵਦੇਸ਼ੀ ਹਥਿਆਰ ਦਿੱਤੇ ਜਾਣਗੇ। ਉਹਦੇ ਵਿੱਚ ਰਾਜਨਾਥ ਸਿੰਘ ਸਾਡੇ ਇਸ ਵੇਲੇ ਰੱਖਿਆ ਮੰਤਰੀ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਬਹੁਤ ਚਿਰ ਤੋਂ ਕਹਿੰਦੇ ਆ ਰਹੇ ਨੇ ਕਿ ਸਾਨੂੰ ਆਪਣੇ ਤੇ ਨਿਰਭਰ ਹੋਣਾ ਪਵੇਗਾ, ਅਸੀਂ ਆਪਣੇ ਦੇਸ਼ ਤੇ ਨਿਰਭਰ ਹੋਈਏ, ਉਹ ਚੀਜ਼ਾਂ ਅਸੀਂ ਇੱਥੇ ਪੈਦਾ ਕਰੀਏ ਜਿਨ੍ਹਾਂ ਵਾਸਤੇ ਵਿਦੇਸ਼ਾਂ ਵੱਲ ਨੂੰ ਤੁਰਦੇ ਹਾਂ। ਤੇ ਰਾਜਨਾਥ ਸਿੰਘ ਸਾਡੇ ਰੱਖਿਆ ਮੰਤਰੀ ਨੇ, ਉਹਨਾਂ ਨੇ ਬਹੁਤ ਸਾਰੇ ਹਥਿਆਰਾਂ ਦੀ ਇੱਕ ਸੂਚੀ ਵੀ ਦੱਸੀ ਹੈ ਕਿ ਆਹ ਜਿਹੜੇ ਹਥਿਆਰ ਨੇ ਜਿਹੜੇ ਭਾਰਤ ਦੇ ਵਿੱਚ ਹੀ ਬਣਦੇ ਨੇ, ਭਵਿੱਖ ਦੇ ਵਿੱਚ ਅਸੀਂ ਆਪਦੀ ਫੌਜ ਨੂੰ, ਭਾਵੇਂ ਉਹ ਜਲ ਸੈਨਾ, ਥਲ ਸੈਨਾ ਜਾਂ ਹਵਾਈ ਸੈਨਾ ਜੀ, ਇਹਨਾਂ ਸਾਰਿਆਂ ਨੂੰ ਉਹਨਾਂ ਨੂੰ ਸਵਦੇਸ਼ੀ ਜਿਹੜੇ ਸਾਡੇ ਮੁਲਕ 'ਚ ਬਣੇ ਹਥਿਆਰ ਨੇ ਉਹ ਮੁਹੱਈਆ ਕਰਵਾਏ ਜਾਣਗੇ। ਸਾਨੂੰ ਇਹਨਾਂ ਹਥਿਆਰਾਂ ਵਾਸਤੇ ਵਿਦੇਸ਼ਾਂ ਵੱਲ ਨਿਗਾਹ ਨਹੀਂ ਕਰਨੀ ਚਾਹੀਦੀ। ਜੀ ਜੀ, ਕੱਲ ਤੋਂ ਮਦਰ ਡੈਰੀ ਅਤੇ ਅਮੂਲ ਦਾ ਜਿਹੜਾ ਦੁੱਧ ਆ ਉਹ ਮਹਿੰਗਾ ਹੋਵੇਗਾ ਜੀ, 2 ਰੁਪਏ। ਬਿਲਕੁਲ ਜੀ, ਉਹਨਾਂ ਨੇ ਕਹਿਤਾ ਕਿ ਕੱਲ ਤੋਂ ਜਿਹੜਾ ਇਹ ਦੁੱਧ ਹੈ ਅਮੂਲ ਦਾ, ਇਹ 2 ਰੁਪਏ ਇਹਦੇ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਜਿਹੜਾ ਦੁੱਧ ਪਹਿਲਾਂ ਪ੍ਰਤੀ ਅੱਧਾ ਲੀਟਰ ਜਿਹੜਾ 25 ਰੁਪਏ ਮਿਲਦਾ ਸੀ ਉਹ ਸ਼ਾਇਦ ਹੁਣ 28 ਹੋ ਜਾਏਗਾ। ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈਗਾ। ਇਹਦੀ ਕੀਮਤ ਦੇ ਨਾਲ ਸਮੁੱਚੇ ਖਪਤਕਾਰਾਂ 'ਤੇ ਅਸਰ ਪਵੇਗਾ। ਜਿਹੜੇ ਗਰੀਬ ਗਰੂਬਾ ਹੈਗਾ ਜਿਹਦੇ ਕਿਲੋ ਹੀ ਭਰ 1 ਲੀਟਰ ਦੁੱਧ ਖਰੀਦਣਾ, ਉਹਨੂੰ 4 ਰੁਪਏ ਦਾ ਫਰਕ ਪੈ ਗਿਆ। ਇਹਦੇ ਨਾਲ ਜਿਹੜੀਆਂ ਬਾਕੀ ਡੇਅਰੀਆਂ ਵਾਲੇ ਤੇ ਹੋਰ ਨੇ ਉਹਨਾਂ ਨੇ ਵੀ ਆਪਣੇ ਦੁੱਧ ਦੀਆਂ ਦਰਾਂ ਵਿੱਚ ਵਾਧਾ ਕਰ ਲੈਣਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਡੇਅਰੀ ਵਾਲਿਆਂ ਦਾ ਵੀ ਖਿਆਲ ਰੱਖੋ ਤੇ ਨਾਲ ਜਿਹੜੇ ਆਮ ਲੋਕ ਆ ਉਹਨਾਂ ਦਾ ਵੀ ਖਿਆਲ ਰੱਖੋ। ਉਹਨਾਂ ਨੂੰ ਕੁਝ ਨਾ ਕੁਝ ਰਿਆਇਤੀ ਦਰ ਦੇ ਉੱਤੇ ਕੁਝ ਅਜਿਹੇ ਸੈਂਟਰ ਬਣਾ ਦਿੱਤੇ ਜਾਣ ਜਿਹੜੇ ਰਿਆਇਤੀ ਦਰ 'ਤੇ, ਜਾਂ ਉਹਨਾਂ ਦੇ ਕਾਰਡ ਬਣਾ ਦਿੱਤੇ ਜਾਣ। ਇੱਥੇ ਤਾਂ ਕਾਰਡ ਬਣਾ ਹੀ ਦਿਓ, ਉਹਦੇ ਵਿੱਚ ਵੱਡੇ ਵੱਡੇ ਘਪਲੇ ਨਜ਼ਰ ਆਉਂਦੇ ਹੈ। ਭਾਰਤ ਦੇ ਵਿੱਚ ਕਿਹਾ ਗਿਆ ਕਿ ਆਧਾਰ ਕਾਰਡ ਨਾਲ ਜੋੜੋ, ਤੁਹਾਡਾ ਕੋਈ ਉਹ ਨਹੀਂ। ਤੇ ਸਾਡਾ ਗੁਆਂਢੀ ਰਾਜ ਹਰਿਆਣਾ ਹੈ ਜਿੱਥੇ 91,636 ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ ਮਰੇ ਹੋਇਆਂ ਨੂੰ ਜਾ ਰਹੀਆਂ ਨੇ ਤੇ ਕਈ ਮਹੀਨਿਆਂ ਤੋਂ ਜਾ ਰਹੀਆਂ ਨੇ ਤੇ ਇੱਕੋ ਆਧਾਰ ਕਾਰਡ ਦੇ ਨਾਲ ਕਈ ਜੋੜੇ ਪਏ ਨੇ। ਇਹ ਕਿਹਾ ਗਿਆ ਸੀ ਕਿ 100-199 ਬੇਈਮਾਨ ਪਰ ਮੇਰਾ ਭਾਰਤ ਮਹਾਨ। ਇਸ ਮਹਾਨ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ
ਪਹਿਲਾਂ ਪੈਦਾ ਹੋ ਜਾਂਦੀਆਂ ਨੇ। ਜੀ, ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਬਾਹਰ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈ। ਅਬੋਹਰ ਦੇ ਨਾਲ ਪਿੰਡ ਬੱਲੂਆਣਾ ਹੈ, ਉਹਦੇ ਕੋਲ ਇੱਕ ਪਿੰਡ ਹੈ ਭੰਗਾਲਾ, ਉੱਥੋਂ ਦੀ ਇਕਾਈ ਨੇ ਜਾ ਕੇ ਗੱਲ ਕਹੀ ਹੈ। ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ ਅਬੋਹਰ ਕਲੋਨੀ, ਉਹਨਾਂ ਦੀ ਪਾਣੀ ਦੀ ਸਮੱਸਿਆ ਕਾਫੀ ਚਿਰ ਤੋਂ ਲਟਕਦੀ ਪਈ ਹੈ ਔਰ ਉਹਨਾਂ ਨੂੰ ਕਿਹਾ ਗਿਆ ਕਿ ਸਾਡਾ ਪਾਣੀ, ਨਹਿਰੀ ਪਾਣੀ ਬਾਰੇ ਦਾਅਵੇ ਬਹੁਤ ਨੇ ਕੀਤੇ, ਬੜੇ ਆਏ ਬੜੇ ਚਲੇ ਗਏ। ਨਾ ਤਾਂ ਜਿਹੜੇ ਕਿਸੇ ਸਮੇਂ ਇੱਥੇ ਘਰਾਟ ਚੱਲਦੇ ਹੁੰਦੇ ਸੀ, 5 ਚੱਕੀਆਂ ਜਿਹਨੂੰ ਕਹਿੰਦੇ ਸੀ, ਉਹ ਮੇਰਾ ਖਿਆਲ ਹੁਣ ਤਾਂ ਕੱਲ੍ਹ ਦੀ ਗੱਲ ਹੋ ਜਾਵੇਗੀ। ਆ ਇੱਕ ਤਾਂ ਸੂਲਰ ਚੱਲਦੇ ਨੇ, 1-2 ਥਾਂ ਹੋਰ ਰਹਿ ਗਈਆਂ, ਇੱਕ ਅੱਧੀ ਅਬੋਹਰ ਵੱਲ ਹੈ, ਇੱਕ ਅੱਧਾ ਗੁਰਦਾਸਪੁਰ 'ਚ ਹੈ, ਅਤੇ ਬਾਕੀ ਇਹਨਾਂ ਨੇ ਭੋਗ ਪਾਤਾ। ਮੈਨੂੰ ਇਉਂ ਦੱਸੋ ਵੀ 5 ਚੱਕੀਆਂ ਨੂੰ ਗੇੜਨ ਵਾਸਤੇ ਨਾ ਬਿਜਲੀ ਦੀ ਲੋੜ ਹੈ, ਨਾ ਡੀਜ਼ਲ ਦੀ ਲੋੜ ਹੈ, ਉਹ ਨਹਿਰਾਂ ਦੇ ਪਾਣੀ ਨਾਲ ਘੁੰਮੀ ਜਾਂਦੇ ਸੀ। ਤੇ ਇਹ ਮੇਰੇ ਮਹਾਨ ਭਾਰਤ ਦੇ, ਪੰਜਾਬ ਦੇ ਹੁਕਮਰਾਨ, ਭਾਵੇਂ ਉਹ ਅਕਾਲੀ ਸੀ, ਭਾਜਪਾਈ ਸੀ, ਕਾਂਗਰਸੀ ਸੀ, ਇਹਨਾਂ 5 ਚੱਕੀਆਂ ਘਰਾਟਾਂ ਦਾ ਭੋਗ ਕਿਉਂ ਪਾਤਾ? ਲੋਕ ਇੱਥੋਂ ਛੱਡ ਕੇ ਹਿਮਾਚਲ ਦੀਆਂ ਜਿਹੜੀਆਂ ਘਰਾਟ ਨੇ ਉੱਥੋਂ ਦਾ ਆਟਾ ਲਿਆਉਣਾ ਪਸੰਦ ਕਰਦੇ ਆ। ਉੱਥੋਂ ਮੱਕੀ ਦਾ ਆਟਾ ਵੀ ਲਿਆਂਦਾ ਜਾ ਰਿਹਾ ਹੈ, ਉੱਥੋਂ ਕਣਕ ਬਾਜਰੇ ਦਾ ਆਟਾ ਵੀ ਲਿਆਂਦਾ ਜਾ ਰਿਹਾ ਹੈ। ਅਤੇ ਜਿਹੜੀਆਂ ਇਹ 50-60 ਘਰਾਟ ਪੰਜਾਬ ਦੀ ਧਰਤੀ 'ਤੇ ਲੱਗੇ ਹੋਏ ਸਨ, ਇਹਨਾਂ ਨੂੰ ਬੰਦ ਕਿਉਂ ਕਰ ਦਿੱਤਾ ਗਿਆ? ਮੈਂ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਉਹਨਾਂ ਵੇਲੇ ਸਵਾਲ ਕਰ ਲਿਆ। ਇੱਕ ਇੰਜੀਨੀਅਰ ਸਾਹਿਬ ਕਹਿੰਦੇ ਜੀ ਉਹ ਅਸਲ ਦੇ ਵਿੱਚ ਪਾਣੀ ਦਾ ਦਬਾਅ ਘਟ ਜਾਂਦਾ ਜਿਹੜਾ ਅਸੀਂ ਅੱਗੇ ਬਿਜਲੀ ਘਰ ਲਾਉਣਾ ਪਾਣੀ 'ਤੇ। ਮੈਂ ਕਿਹਾ ਕਪਤਾਨ ਸਾਹਿਬ, ਮੈਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਦਿਓ ਜਸਪਾਲ ਜੀ ਜਵਾਬ। ਮੈਂ ਕਿਹਾ ਇਹਨਾਂ ਦਾ ਕੰਮ ਤਾਂ ਉਹ ਹੈ ਜਿਵੇਂ ਸ਼ੇਰ ਨੇ ਬੱਕਰੀ ਨੂੰ ਕਹਿਤਾ ਸੀ ਕਿ ਤੂੰ ਮੇਰਾ ਪਾਣੀ ਜੂਠਾ ਕਰਤਾ। ਉਹ ਕਹਿੰਦੀ ਦਾਦਾ ਪਾਣੀ ਤਾਂ ਤੇਰੇ ਵਾਲੇ ਪਾਸੇ ਮੇਰੇ ਵਾਲੇ ਪਾਸੇ ਆ ਰਿਹਾ, ਜੂਠਾ ਤਾਂ ਤੈਂ ਪਹਿਲਾਂ ਕੀਤਾ ਵਾ। ਉਹ ਕਹਿੰਦਾ ਇਹ ਗੱਲ ਨਹੀਂ, ਜੂਠਾ ਹੋ ਗਿਆ। ਮੈਂ ਕਿਹਾ ਜੀ ਜਿਹੜਾ ਬਿਜਲੀ ਘਰ ਲੱਗਿਆ ਵਾ ਉਹ ਪਿੱਛੇ ਲੱਗਿਆ ਜਿੱਧਰੋਂ ਪਾਣੀ ਆ ਰਿਹਾ ਹੈ, ਅਤੇ ਘਰਾਟ ਉੱਥੇ ਲੱਗਿਆ ਜਿੱਥੇ ਪਾਣੀ ਜਾ ਰਿਹਾ ਹੈ। ਇਹ ਕਿਹਨੂੰ ਸਮਝਾਉਣ ਦਾ ਯਤਨ ਕਰਦੇ ਨੇ? 2 ਤਰ੍ਹਾਂ ਦੀ ਊਰਜਾ ਹੁੰਦੀ ਹੈ ਫਿਜ਼ਿਕਸ ਦੇ ਵਿੱਚ, ਭੌਤਿਕ ਵਿਗਿਆਨ 'ਚ। ਇੱਕ ਪੋਟੈਂਸ਼ੀਅਲ ਐਨਰਜੀ ਅਤੇ ਦੂਜੀ ਕਾਇਨੈਟਿਕ ਐਨਰਜੀ। ਕਾਇਨੈਟਿਕ ਐਨਰਜੀ ਦਾ ਮਤਲਬ ਹੈ ਕਿ ਇੱਕ ਊਰਜਾ ਨੂੰ ਦੂਜੀ ਊਰਜਾ ਦੇ ਵਿੱਚ ਬਦਲਿਆ ਜਾਵੇ। ਸੋ ਇਹ ਕਾਇਨੈਟਿਕ ਊਰਜਾ ਹੈ। ਭਾਵੇਂ ਤੁਸੀਂ ਚੱਕੀਆਂ ਚਲਾ ਲਓ, ਭਾਵੇਂ ਤੁਸੀਂ ਕੁਛ ਹੋਰ ਚਲਾ ਲਓ, ਉਹ ਚੱਲਦੇ ਹੈ। ਅਤੇ ਕਦੇ ਉਹਨਾਂ ਇੰਜੀਨੀਅਰਾਂ ਨੇ ਇਹ ਵੀ ਜਾ ਕੇ ਦੇਖਿਆ ਕਿ ਜਿਹੜਾ ਪਾਣੀ ਹਿਮਾਚਲ ਪ੍ਰਦੇਸ਼ ਦੇ ਜੋਗਿੰਦਰ ਨਗਰ ਵਿਖੇ ਪਹਿਲਾਂ ਬਰੋਟ ਦੇ ਵਿੱਚ ਇਕੱਠਾ ਕੀਤਾ ਗਿਆ, ਜੋਗਿੰਦਰ ਨਗਰ ਜਿਹੜਾ ਪੰਜਾਬ ਦਾ ਹੋ ਗਿਆ ਬਿਜਲੀ ਵਾਲਾ, ਉਸ ਤੋਂ 4 ਕਿਲੋਮੀਟਰ ਥੱਲੇ ਜਾ ਕੇ ਬੱਸੀ ਦੇ ਵਿੱਚ ਵੀ ਤਾਂ ਹਿਮਾਚਲ ਨੇ ਲਾਇਆ। ਅਤੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਰਣਜੀਤ ਸਾਗਰ ਡੈਮ ਹੈ, ਅਤੇ ਜਿਹੜਾ ਇਹ ਸ਼ਾਹਪੁਰ ਕੰਡੀ ਡੈਮ ਬਣਨ ਲੱਗਿਆ, ਨਵਾਂ ਬਣ ਰਿਹਾ, 1.5 ਸਾਲ 'ਚ ਤਿਆਰ ਹੋਣਾ ਹੈ, ਉਹ ਉਹੀ ਪਾਣੀ ਹੈ ਜਿਹੜਾ ਰਣਜੀਤ ਸਾਗਰ ਡੈਮ 'ਚੋਂ ਨਿਕਲ ਕੇ ਥੱਲੇ ਵਾਲੇ ਪਾਸੇ ਨੂੰ ਆ ਰਿਹਾ ਹੈ। ਜੀ, ਬਰਗਾੜੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇਨਸਾਫ ਦੇ ਲਈ ਮੁੜ ਇਕੱਠੀਆਂ ਹੋਈਆਂ ਜਥੇਬੰਦੀਆਂ ਜੀ। ਬਰਗਾੜੀ ਦੇ ਵਿੱਚ ਜਿਹੜਾ ਅੱਜ ਭਰਵਾਂ ਇਕੱਠ ਹੋਇਆ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਦੀ ਆਲੋਚਨਾ ਕੀਤੀ ਹੈ ਕਿ ਇਹ ਜਥੇਦਾਰ ਸਾਹਿਬ ਅਜੇ ਵੀ ਬਾਦਲਾਂ ਦੀ ਬੋਲੀ ਬੋਲਣੋਂ ਨਹੀਂ ਹਟਦੇ ਜੀ। ਤੇ ਦੂਜੀ ਜਿਹੜੀ ਆਲੋਚਨਾ ਹੋਈ ਆ, ਭਾਵੇਂ ਕਾਂਗਰਸ ਸਰਕਾਰ ਦੀ ਹੋਈ ਆ, ਨਾਲ ਬਾਦਲਾਂ ਦੀ ਵੀ ਹੋਈ ਹੈ। ਉਹ ਕਹਿੰਦੇ ਕਿ ਜਿਹੜਾ ਅੱਜ ਇਹਨੇ ਇਹ ਪ੍ਰੋਗਰਾਮ ਰੱਖਿਆ, ਉਹਨਾਂ ਨੇ ਸ਼ਬਦ ਵਰਤਿਆ ਆਡੰਬਰ। ਇਹ ਪਿੱਛੇ ਵੀ ਰੱਖਿਆ ਜਾ ਸਕਦਾ ਸੀ 2 ਦਿਨ ਪਹਿਲਾਂ, ਤੇ ਇੱਕ ਭਲਕੇ 17 ਨੂੰ ਵੀ ਹੋ ਸਕਦਾ ਸੀ। ਇਹ ਜਾਣਬੁੱਝ ਕੇ ਉਸੇ ਦਿਨ ਕਿਉਂ ਰੱਖਿਆ ਗਿਆ ਜਦੋਂ ਇੱਥੇ ਜਥੇਬੰਦੀਆਂ ਨੇ ਇਕੱਠ ਰੱਖਿਆ ਹੈਗਾ? ਉੱਥੇ ਬਹੁਤ ਸਾਰੇ ਬੁਲਾਰੇ ਗਏ, ਉਹਨਾਂ ਬੁਲਾਰਿਆਂ ਨੇ ਉੱਥੇ ਜਾ ਕੇ ਆਪੋ ਆਪਣੀਆਂ ਤਕਰੀਰਾਂ ਕੀਤੀਆਂ, ਪਰ ਸਾਰਿਆਂ ਦੇ ਰਡਾਰ ਦੇ ਉੱਤੇ ਸਾਡੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ
ਗਿਆਨੀ ਹਰਪ੍ਰੀਤ ਸਿੰਘ ਰਹੇ। ਜੇ ਇਸ ਵੇਲੇ ਭਾਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਜਿੰਨੇ ਵੀ ਮਾਮਲੇ ਉਠਾਉਣ ਦਾ ਯਤਨ ਕਰਦੇ ਆ ਉਹ ਉੱਠਦੇ ਨਹੀਂ। ਤੇ ਜਥੇਦਾਰ ਸਾਹਿਬ ਨੇ ਸੋਚਿਆ ਤਾਂ ਬਹੁਤ ਉਹ ਸੀ, ਪਰ ਉਹ ਉੱਥੇ ਵਾਲੇ ਬੁਲਾਰਿਆਂ ਨੇ ਕਿਹਾ ਕਿ ਅੱਜ ਚੇਤਾ ਕਿਵੇਂ ਆ ਗਿਆ 75 ਸਾਲਾਂ ਬਾਅਦ ਜਥੇਦਾਰ ਸਾਹਿਬ, ਤੁਸੀਂ ਇਸ ਮੋਰਚੇ ਨੂੰ ਫੇਲ ਕਰਨ ਵਾਸਤੇ, ਇਹਨੂੰ ਨਾ ਕਾਮਯਾਬ ਕਰਨ ਵਾਸਤੇ ਇਹ ਤਰ੍ਹਾਂ ਤਰ੍ਹਾਂ ਦੇ ਅਡੰਬਰ ਰਚਦੇ ਹੋ। ਸੋ ਜਥੇਦਾਰ ਸਾਹਿਬ ਨੇ ਕਿਹਾ ਕਿ ਦੋਹਾਂ ਪਾਸੇ ਜਿਹੜਾ ਹੈਗਾ ਸ਼ੋਕਮਤੇ ਪਾਸ ਹੋਣ, ਕਿਸੇ ਨੇ ਹੁਣ ਤੱਕ ਕੀਤਾ ਨਹੀਂ। ਸਾਨੂੰ ਆਜ਼ਾਦੀ ਕਾਹਦੀ ਹੈ? ਇਹ ਧਾਮੀ ਸਾਹਿਬ ਵੀ ਕਹਿੰਦੇ ਸੀ ਵੀ ਆਜ਼ਾਦੀ ਕਾਹਦੀ ਹੈ, ਸਾਡਾ ਤਾਂ ਇੱਥੇ ਕਤਲੇਆਮ ਹੋਇਆ। ਕੋਈ ਸ਼ੱਕ ਨਹੀਂ ਕਿ ਦੋਨਾਂ ਪਾਸਿਆਂ ਤੋਂ ਕੁਝ ਭਰਾ ਸਾਡੇ ਉਧਰ ਸ਼ਿਕਾਰ ਹੋ ਗਏ, ਕੁਝ ਇੱਧਰ ਹੋ ਗਏ। ਇੱਥੋਂ ਇਹ ਨਾ ਸਮਝਿਆ ਜਾਵੇ ਕਿ ਉਸ ਵੇਲੇ ਦੀ ਜਿਹੜੀ ਸਾਡੀ ਲੀਡਰਸ਼ਿਪ ਸੀ, ਇਹ ਉਹਨਾਂ ਦਾ ਅਵੇਸਲੇਪਨ ਨੇ ਇਹ ਸਾਰਾ ਕੁਝ ਕੀਤਾ। ਤੇ ਜੇ ਉਸ ਵੇਲੇ ਦੀਆਂ ਚਿੱਠੀਆਂ ਤੇ ਉਸ ਵੇਲੇ ਦਾ ਸਾਰਾ ਕੁਝ, ਇਹ ਹਉਮੈ ਸੀ ਦੋ ਬੰਦਿਆਂ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਦੀ, ਉਸ ਹਉਮੈ ਨੇ ਇਹ ਸਾਰਾ ਕੁਝ ਪੈਦਾ ਕਰਤਾ। ਜੇ ਉਸ ਵੇਲੇ ਇਹਨੂੰ ਸਹੀ ਨਜਿੱਠ ਲਿਆ ਹੁੰਦਾ ਤਾਂ ਸਾਰੇ ਦਾ ਸਾਰਾ ਮੁਲਕ ਇੱਕ ਵੀ ਰਹਿ ਸਕਦਾ ਸੀ, ਔਰ ਉਹਦੇ ਨਾਲ ਤੁਹਾਨੂੰ ਪੁਰਾਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਪ੍ਰਾਪਤ ਹੋ ਸਕਦਾ ਸੀ। ਜੀ, ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਲ ਇੱਕ ਸੰਦੇਸ਼ ਜਾਰੀ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਮਾਹੌਲ ਲਗਾਤਾਰ ਖਤਰਨਾਕ ਬਣਦਾ ਜਾ ਰਿਹਾ, ਜਿਸ ਦੇ ਕਰਕੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋਣ ਦੀ ਲੋੜ ਹੈ। ਦੋਨੇ ਕੰਮ ਕੀਤੇ ਨੇ, ਨਾਲ ਉਹਨਾਂ ਨੇ ਵਾਤਾਵਰਣ ਤੇ ਵੀ ਕਿਹਾ ਹੈ ਜੀ ਜਥੇਦਾਰ ਸਾਹਿਬ ਨੇ ਕਿ ਵਾਤਾਵਰਣ ਅਸੀਂ ਦੁਸ਼ਮਣ ਬਣ ਚੁੱਕੇ ਹਾਂ, ਵਾਤਾਵਰਣ ਦੇ ਵਿੱਚ ਵਿਗਾੜ ਲੈ ਆਂਦਾ ਤੇ ਸਾਰਿਆਂ ਨੂੰ ਸਾਨੂੰ ਇਕਮੁੱਠ ਹੋਣ ਦੀ ਜ਼ਰੂਰਤ ਹੈ। ਮੈਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ, ਜਦੋਂ ਹੋਰਨਾਂ ਨੇ ਤੁਹਾਡੇ ਕੋਲ ਉੱਥੇ ਆ ਕੇ ਬੰਗ ਰੱਖੀ ਤਾਂ ਤੁਸੀਂ ਜਥੇਦਾਰ ਵੱਲੋਂ ਹੁਕਮ ਦਿਓ ਕਿ ਸਾਰੇ ਧੜੇ ਭੰਗ ਕਰਕੇ ਇੱਥੇ ਅਕਾਲ ਤਖਤ ਸਾਹਿਬ ਤੇ ਆ ਕੇ ਬੈਠੋ। ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਕਿਹਨੂੰ ਅੱਗੇ ਲਿਆਂਦਾ ਜਾਣੇਗਾ। ਤੇ ਬਰਗਾੜੀ ਵਾਲਿਆਂ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਕਿ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ, ਹੁਣ ਉਹਨਾਂ ਨੂੰ ਵੀ ਸ਼ਿੱਦਤ ਨਾਲ ਲੜਿਆ ਜਾਵੇਗਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ ਨਵੀਂ ਧਿਰ ਆ ਜਾਂਦੀ ਹੈ ਤੇ ਫਿਰ ਸਾਰਾ ਕੁਛ ਹੀ ਨਵਾਂ ਹੋਵੇਗਾ। ਇੱਥੋਂ ਤੱਕ ਕਿ ਫਿਰ ਜਥੇਦਾਰ ਵੀ ਬਦਲ ਜਾਣਗੇ। ਜੀ ਧੰਨਵਾਦ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਉਹਨੇ ਵੱਖੋ ਵੱਖਰੇ ਮੁੱਦੇ ਤੇ ਚਰਚਾ ਕੀਤੀ ਹੈ। ਤੇ ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ ਬਰਗਾੜੀ ਬੇਅਦਬੀ ਦੇ ਇਨਸਾਫ ਨੂੰ ਲੈ ਕੇ ਸਿੱਖ ਸੰਗਤਾਂ ਲਗਾਤਾਰ ਜਿਹੜਾ ਸੰਘਰਸ਼ ਕਰ ਰਹੀਆਂ ਨੇ, ਕੀ ਆਮ ਆਦਮੀ ਪਾਰਟੀ ਸਿੱਖਾਂ ਨੂੰ ਇਨਸਾਫ ਦਿਵਾ ਸਕੇਗੀ ਜਾਂ ਫਿਰ ਨਹੀਂ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।